ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡੇ ਸਾਰਿਆਂ ਦਾ ਹੀ ਬਹੁਤ ਹਾਰਦਿਕ ਤੇ ਨਿੱਘਾ ਸਵਾਗਤ। ਅੱਜ ਦੇ ਇਸ ਪ੍ਰੋਗਰਾਮ ਪ੍ਰਾਈਮ ਕੈਨੇਡਾ ਦੇ ਵਿੱਚ ਮੈਂ ਜੋਗਰਾਜ ਸਿੰਘ ਕਾਲੋਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਵੀ ਨਿੱਘੀ ਜੀ ਆਇਆਂ ਨੂੰ। ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਮੁੱਖ ਤੌਰ ਤੇ ਕੈਨੇਡਾ ਤੇ ਨਾਲ ਅਮਰੀਕਾ ਇਹ ਦੋਵਾਂ ਮੁਲਕਾਂ ਦੀ ਗੱਲ ਕਰਾਂਗੇ। ਹੁਣ ਅਸੀਂ ਸਾਰਿਆਂ ਦੇ ਘਰਾਂ ਦੇ ਵਿੱਚ ਗੱਡੀਆਂ ਹੋਣਗੀਆਂ, ਕਿਸੇ ਕੋਲ ਬਹੁਤ ਵੱਡੀ ਹੋਏਗੀ ਤੇ ਕਿਸੇ ਕੋਲ ਮੇਰੇ ਵਾਂਗੂ ਛੋਟੀ ਹੋਊਗੀ, ਪਰ ਗੱਡੀਆਂ ਤਕਰੀਬਨ ਹਰ ਇੱਕ ਹੋਣਗੀਆਂ ਤੇ ਬਹੁਤਿਆਂ ਦੀ ਗੱਡੀ ਜਿਹੜੀ ਆ ਉਹ ਗੈਸ ਤੇ ਚੱਲਦੀ ਹੋਊਗੀ, ਤੇਲ ਤੇ ਚੱਲਦੀ ਹੋਊਗੀ। ਕੁਝ ਬਹੁਤ ਵਧੀਆ ਹੋਣਗੇ ਜਿਨ੍ਹਾਂ ਨੇ ਗਾਂ ਇਲੈਕਟ੍ਰਿਕ ਨਵੀਆਂ ਗੱਡੀਆਂ ਲੈ ਲਈਆਂ ਨੇ, ਅਜੇ ਕਈਆਂ ਕੋਲ ਨਹੀਂ ਵੀ ਲਈਆਂ ਗਈਆਂ ਤੇ ਉਹ ਅਜੇ ਤੇਲ ਦੀਆਂ ਕੀਮਤਾਂ ਵੱਲ ਐਨ ਪੂਰਾ ਬਿਟਰ ਝਾਕਦੇ ਆ ਕਿ ਭਈ ਕਿਹੜੇ ਵੇਲੇ ਹੇਠਾਂ ਆਏ ਤੇ ਕਿਹੜੇ ਵੇਲੇ ਥੋੜੀ ਜਾਨ ਸੌਖੀ ਹੋਏ। ਹੁਣ ਪੂਰੇ ਕੈਨੇਡਾ ਦੇ ਵਿੱਚ ਹੀ ਇਹ ਜਿਹੜਾ ਤੇਲ ਦੀਆਂ ਕੀਮਤਾਂ ਵਧਣ ਕਰਕੇ ਥੋੜਾ ਜਿਹਾ ਮੰਦੀ ਵਾਲਾ ਹਾਲਾਤ, ਲੋਕਾਂ ਦੀਆਂ ਜੇਬਾਂ ਤੇ ਸਿੱਧਾ ਅਸਰ ਪੈਂਦਾ। ਅੱਜ ਕੁਝ ਉਸ ਚੀਜ਼ ਬਾਰੇ ਗੱਲ ਕਰਾਂਗੇ ਕਿ ਵੀ ਸਰਕਾਰਾਂ ਇਹਦੇ ਵਿੱਚ ਕਿੰਨੀਆਂ ਕੁ ਸਹਾਈ ਨੇ ਤੇਲ ਦੀਆਂ ਕੀਮਤਾਂ ਵਧਣ 'ਚ। ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਵੀ ਫਲਾਣੀ ਸਟੇਟ ਨੇ ਟੈਕਸ ਇੰਨਾ ਰੱਖਿਆ, ਫਲਾਣੀ ਨੇ ਇੰਨਾ ਰੱਖਿਆ, ਜਾਂ ਗੌਰਮੈਂਟ ਨੇ ਕਿੰਨਾ ਰੱਖਿਆ, ਫੈਡਰਲ ਦਾ ਕਿੰਨਾ, ਪ੍ਰੋਵਿੰਸ਼ੀਅਲ ਦਾ ਕਿੰਨਾ, ਤੇ ਨਾਲ ਦੀ ਨਾਲ ਇਹ ਸਾਰਾ ਮਸਲਾ ਆਖਰਕਾਰ ਹੈ ਕੀ ਆ, ਲੋਕ ਇਹਨੂੰ ਕਿੱਦਾਂ ਸਮਝ ਸਕਦੇ, ਉਹਦੇ ਬਾਰੇ ਚਰਚਾ ਕਰਾਂਗੇ। ਫਿਰ ਨਾਲ ਕੁਝ ਅਮਰੀਕਾ ਦੀਆਂ ਖਬਰਾਂ ਨੇ ਰਿਸੈਸ਼ਨ ਨੂੰ ਲੈ ਕੇ, ਤੇ ਨਾਲ ਹੀ ਜੋ ਸੈਨੇਟ ਦੇ ਤੇ ਹਾਊਸ ਦੇ ਰਿਜ਼ਲਟਸ ਨੇ ਉੱਥੇ ਦਿਲਚਸਪੀ ਬਹੁਤ ਬਣੀ ਪਈ, ਐਨ ਕੰਮ ਪੂਰਾ ਬਰਾਬਰ ਤੇ ਚੱਲਦਾ ਪਿਆ। ਸਾਰਾ ਕੁਝ ਗਰੇਵਾਲ ਸਾਹਿਬ ਤੋਂ ਜਾਣਾਂਗੇ। ਸਤਿ ਸ਼੍ਰੀ ਅਕਾਲ ਜੀ ਗਰੇਵਾਲ ਸਾਹਿਬ, ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ, ਧੰਨਵਾਦ। ਅੱਛਾ, ਇਸ ਤੋਂ ਪਹਿਲਾਂ ਕਿ ਅਸੀਂ ਸਰਕਾਰ ਵਾਲੇ ਬੰਨੇ ਤੇਲ ਵਾਲੇ ਪੱਖੋਂ ਆਈਏ ਜੀ, ਇੱਕ ਜਿਹੜੀ ਖਬਰ ਆਈ ਹੈ ਜਿਸ ਤੋਂ ਬਾਅਦ ਇਹ ਸਾਰੀ ਚੀਜ਼ ਵੱਲ ਧਿਆਨ ਗਿਆ, ਉਹ ਨੋਵਾ ਸਕੋਸ਼ੀਆ ਤੋਂ। ਰਾਈਟ। ਉਹਨਾਂ ਦੇ ਫਾਈਨੈਂਸ ਮਿਨਿਸਟਰ ਨੇ ਫੈਡਰਲ ਗੌਰਮੈਂਟ ਦੇ ਉੱਤੇ ਇਲਜ਼ਾਮ ਲਾਏ ਜੀ। ਮਸਲਾ ਇਹ ਤੇਲ ਦਾ ਟੈਕਸ ਨੂੰ ਲੈ ਕੇ ਵਿੱਚ ਮਸਲਾ ਕਿ ਬਈ ਅਸੀਂ ਘਟਾਉਣਾ ਚਾਹੁੰਦੇ ਹਾਂ, ਸਾਨੂੰ ਸਰਕਾਰ ਨਹੀਂ ਘਟਾਉਣ ਦੇ ਰਹੀ, ਜਾਂ ਅਸੀਂ ਆਹ ਕਰਨਾ ਚਾਹੁੰਦੇ ਹਾਂ, ਗੌਰਮੈਂਟ ਇੱਦਾਂ ਨਹੀਂ ਕਰਨ ਦੇ ਰਹੀ। ਇਹ ਆਪਸੀ ਵਿੱਚ ਜਿਹੜਾ ਇੱਕ ਦੂਜੇ ਨੂੰ ਦੋਸ਼ ਨੇ, ਕਿ ਇਹ ਦੋਸ਼ ਤਾਂ ਦਿੱਤੇ ਜਾ ਰਹੇ ਵੀ ਮੇਰੇ ਸਿਰ ਗੱਲ ਨਾ ਮੜੀ ਜਾਏ, ਆਖਰਕਾਰ ਉੱਥੇ ਮਸਲਾ ਬਣਿਆ ਕੀ? ਦੇਖੋ, ਨੋਵਾ ਸਕੋਸ਼ੀਆ ਦੇ ਵਿੱਚ ਜਿਹੜੇ ਫਾਈਨਾਂਸ ਮਿਨਿਸਟਰ ਹੈ ਐਲਨ ਮੈਕਮਾਸਟਰ, ਉੱਥੇ ਲਿਬਰਲ ਦੀ ਸਰਕਾਰ ਨਹੀਂ ਹੈ, ਪ੍ਰੋਵਿੰਸ਼ੀਅਲ ਲਿਬਰਲ ਦੀ ਸਰਕਾਰ ਨਹੀਂ ਹੈ, ਕੰਸਰਵੇਟਿਵ ਦੀ ਹੈ। ਉਹਨਾਂ ਨੇ ਕਿਹਾ ਕਿ ਪ੍ਰੋਵਿੰਸ਼ੀਅਲ ਟੈਕਸ ਜਿਹੜਾ 15.5 ਸੈਂਟ 1 ਲੀਟਰ ਦੇ ਉੱਤੇ ਹੈ, ਕਿਉਂਕਿ ਮੈਂ ਅੱਗੇ ਜਾ ਕੇ ਦੱਸੂਗਾ ਕਿ ਤੇਲ ਜਿਹੜਾ ਗੈਸ ਜਾਂ ਡੀਜ਼ਲ ਆ ਜਾਂ ਪ੍ਰੋਪੇਨ ਆ ਉਹਦੇ 'ਤੇ ਕਿੱਦਾਂ ਟੈਕਸ ਲੱਗਦੇ ਨੇ। ਜਿਹੜਾ ਪ੍ਰੋਵਿੰਸ਼ੀਅਲ ਟੈਕਸ ਲੱਗਦਾ 15.5 ਸੈਂਟ 1 ਲੀਟਰ ਦੇ ਪਿੱਛੇ, ਉਹ ਘਟਾਉਣਾ ਚਾਹੁੰਦੇ ਨੇ ਨੋਵਾ ਸਕੋਸ਼ੀਆ ਦੀ ਗਵਰਨਮੈਂਟ। ਪਰ ਉਹਨਾਂ ਨੂੰ ਡਰ ਹੈ ਕਿ ਫੈਡਰਲ ਗਵਰਨਮੈਂਟ ਉਹਨਾਂ ਨੂੰ ਘਟਾਉਣ ਨਹੀਂ ਦੇ ਰਹੀ, ਜਾਂ ਉਹਨਾਂ ਨੂੰ ਥ੍ਰੈਟ ਕਰ ਰਹੀ ਹੈ, ਜਾਂ ਰਿਟੈਲੀਏਟ ਕਰੂਗੀ। ਰਿਟੈਲੀਏਟ ਕੇ ਉਹਨਾਂ ਦੇ ਬਦਲਾ ਲਊਗੀ, ਉਹਨਾਂ ਨੂੰ ਜਿਹੜੇ ਫੈਡਰਲ ਟਰਾਂਸਫਰਜ਼ ਨੇ ਹੈਲਥ ਦੇ ਲਈ, ਸੋਸ਼ਲ ਵੈਲਫੇਅਰ ਦੇ ਲਈ, ਸੋਸ਼ਲ ਸੇਫਟੀ ਨੈਟ ਦੇ ਲਈ, ਉਹਨਾਂ ਦੇ ਉੱਤੇ ਕੱਟ ਲਾ ਦੂਗੀ। ਠੀਕ ਹੈ। ਸੋ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ। ਉਹਦੇ ਨਾਲ ਨੋਵਾ ਸਕੋਸ਼ੀਆ ਦੀ ਗਵਰਨਮੈਂਟ ਨੂੰ ਭਾਵੇਂ $260 ਮਿਲੀਅਨ ਦਾ ਰੈਵਨਿਊ ਘੱਟ ਜੂਗਾ, ਪਰ ਉਹ ਲੋਕਾਂ ਨੂੰ ਰਿਬੇਟ ਦੇਣੀ ਚਾਹੁੰਦੇ ਨੇ, ਜਿਸ ਤਰੀਕੇ ਦੇ ਨਾਲ ਅਲਬਰਟਾ ਦੇ ਵਿੱਚ ਕੀਤਾ ਗਿਆ ਸੀ ਜਦੋਂ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧੀਆਂ ਤਾਂ ਅਲਬਰਟਾ ਨੇ ਕੁਝ ਘਟਾਤਾ ਸੀ। ਹੁਣ ਨੋਵਾ ਸਕੋਸ਼ੀਆ ਦੀ ਇਹ ਓਬਜੈਕਸ਼ਨ ਹੈ ਫਾਈਨਾਂਸ ਮਿਨਿਸਟਰ ਦਾ, ਜਾਂ ਉਹਨਾਂ ਦੀ ਐਲੀਗੇਸ਼ਨ ਹੈ ਕਿ ਆਟਵਾ ਓਬਜੈਕਟ ਕਰਦਾ, ਟਰੂਡੋ ਗਵਰਨਮੈਂਟ ਰੋਕਦੀ ਹੈ ਕਿ ਤੁਸੀਂ ਗੈਸ ਦੇ ਉੱਤੇ ਲੱਗੇ ਟੈਕਸ ਨਹੀਂ ਘਟਾਉਣੇ, ਕਿਉਂਕਿ ਫੈਡਰਲ ਗਵਰਨਮੈਂਟ ਇੱਕ ਨਵਾਂ ਟੈਕਸ ਇੰਪਲੀਮੈਂਟ ਕਰ ਰਹੀ ਹੈ, ਕਾਰਬਨ ਟੈਕਸ। ਜਿਹੜਾ ਕਾਰਬਨ ਟੈਕਸ ਹੈ ਉਹ ਛੇਤੀ ਹੀ ਪ੍ਰੋਵਿੰਸਿਸ ਦੇ ਉੱਤੇ ਇੰਪੋਜ਼ ਹੋਣਾ। ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਕੁਐਸਚਨ ਪੁੱਛੇ ਗਏ ਤਾਂ ਫਾਈਨਾਂਸ ਮਿਨਿਸਟਰ ਐਲਨ ਮੈਕਮਾਸਟਰ ਨੇ ਕਿਹਾ, ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਇੱਕ ਡਾਕੂਮੈਂਟ ਦਿੱਤਾ ਮੀਡੀਆ ਨੂੰ। ਉਹ ਡਾਕੂਮੈਂਟ ਦੇ ਵਿੱਚ ਲਿਖਿਆ ਹੋਇਆ ਕਿ ਫੈਡਰਲ ਡਾਕੂਮੈਂਟ ਆ, ਉਹਦੇ 'ਚ ਲਿਖਿਆ ਪ੍ਰੋਵਿੰਸਿਸ ਨੂੰ ਕਿ ਯੂ ਕੈਨਟ ਆਫਸੈਟ ਕਾਰਬਨ ਪ੍ਰਾਈਸਿੰਗ ਬਿਕਾਜ਼ ਇਟ ਵੁੱਡ ਡਿਫੀਟ ਪਰਪਜ਼ ਆਫ what they are trying to do, trying to raise price of fuel, so people stop buying it। ਭਾਵ ਕਿ ਫਿਊਲ ਟੈਕਸ ਜਿਹੜਾ ਲਾਇਆ ਜਾ ਰਿਹਾ ਉਹ ਇਸ ਕਰਕੇ ਲਾਇਆ ਜਾ ਰਿਹਾ ਕਿ ਲੋਕ ਤੇਲ ਘੱਟ ਖਰੀਦਣ, ਤੇ ਜੇ ਤੁਸੀਂ ਇਹਨੂੰ ਰਿਬੇਟ ਦਿੰਦੇ ਹੋ ਤਾਂ ਸਾਡੇ ਟੈਕਸ ਲਾਏ ਹੋਏ ਦਾ ਜਿਹੜਾ ਪਰਪਸ ਆ ਉਹ ਡਿਫੀਟ ਹੋ ਜਾਂਦਾ। ਅੱਛਾ, ਹੁਣ ਕੁਐਸਚਨ ਇਹ ਪੈਦਾ ਹੁੰਦਾ, ਪਹਿਲੀ ਗੱਲ ਤਾਂ ਪ੍ਰੋਵਿੰਸਿਸ ਦੀ ਇੰਡੀਪੈਂਡੈਂਸ ਹੈ ਜਿਹੜੀ ਆਪਣੇ ਫਾਈਨਾਂਸਿਸ ਨੂੰ ਮੈਨੇਜ ਕਰਨ ਦੀ, ਉਹਦੇ 'ਚ ਰੁਕਾਵਟ ਹੈ। ਨੰਬਰ 2 ਕਿ ਜੇ ਪ੍ਰੋਵਿੰਸ ਸੋਚਦਾ ਕਿ ਲੋਕਾਂ ਦੀ ਜੇਬਾਂ ਦੇ ਉੱਤੇ ਜ਼ਿਆਦਾ ਬਰਡਨ ਪਿਆ ਤੇ ਘਟਾਉਣਾ ਚਾਹੁੰਦੇ ਨੇ, ਉਹ ਘਟਾ ਨਹੀਂ ਸਕਦੇ। ਹੈਰਾਨੀ ਦੀ ਗੱਲ ਇਹ ਹੈ ਕਿ ਫੈਡਰਲ ਗਵਰਨਮੈਂਟ ਇਸ ਡਾਕੂਮੈਂਟ ਦੇ ਅਕੋਰਡਿੰਗਲੀ, ਜਿਹਦੇ 'ਚ ਵੈਸੇ ਤਾਂ ਸਾਰਿਆਂ ਨੂੰ ਪਹਿਲਾਂ ਪਤਾ ਹੀ ਹੈ, ਪਰ ਇਹ ਕਹਿ ਰਹੇ ਨੇ ਕਿ ਲੋਕ ਤੇਲ ਘੱਟ ਬਾਈ ਕਰਨ। ਹੁਣ ਕੁਐਸਚਨ ਹੈਰਾਨੀ ਦੀ ਮਤਲਬ ਚਿੰਤਾਜਨਕ ਜਾਂ ਇਹਦੀ ਵਿਸ਼ੇਸ਼ ਕ੍ਰਿਟਿਸਿਜ਼ਮ ਇਹ ਹੈ, ਆਲੋਚਨਾ ਇਹ ਹੈ ਕਿ ਜੇ ਤੁਸੀਂ ਤੇਲ ਦੀਆਂ ਕੀਮਤਾਂ ਘੱਟ ਕਰੋਗੇ, ਕੀ ਲੋਕ ਵਾਕਈ ਘੱਟ ਚਲਾਉਣਗੇ ਗੱਡੀਆਂ? ਇਹ ਮੰਨ ਲਿਆ ਕਿ ਪਹਿਲਾਂ ਇੱਕ ਸਮਾਂ ਸੀ ਜਦੋਂ ਹਮਰ ਵਗੈਰਾ ਲੋਕਾਂ ਨੇ ਬਹੁਤ ਕਢਾ ਲੈਂਦੇ ਤੇ ਉਹ ਤੇਲ ਨੂੰ ਪੀਂਦੇ ਸੀ, ਤੇ ਉਹ ਹੁਣ ਅੱਜ ਕੱਲ੍ਹ ਸੜਕਾਂ 'ਤੇ ਘੱਟ ਦਿਖਦੇ ਨੇ ਕਿਉਂਕਿ ਤੇਲ ਦੀਆਂ ਕੀਮਤਾਂ ਵਧ ਗਈਆਂ, ਇਲੈਕਟ੍ਰਿਕ ਵਹੀਕਲ ਵੱਲ ਝੁਕਾਅ ਜ਼ਿਆਦਾ ਆ ਲੋਕਾਂ ਦਾ।
ਪਰ ਕੀ ਲੋਕ ਕੰਮ ਤੇ ਨਹੀਂ ਜਾਣਗੇ, ਕੀ ਲੋਕ ਹਸਪੀਟਲ ਨਹੀਂ ਜਾਣਗੇ, ਕੀ ਲੋਕ ਘਰ ਦੇ ਵਿੱਚ ਨਹੀਂ ਜਾਣਗੇ। ਸੋ ਇਹ ਇੱਕ ਇਲ ਕਨਸੀਵਡ ਫੈਕਟ ਲੱਗ ਰਿਹਾ। ਅੱਛਾ। ਤੇ ਦੂਸਰੇ ਪਾਸੇ ਇੱਕ ਗੁਆਂਢੀ ਪ੍ਰੋਵਿੰਸ ਹੈ ਨਿਊਫਾਊਂਡਲੈਂਡ ਲੈਬਰਾਡੋਰ, ਉੱਥੇ ਲਿਬਰਲ ਸਰਕਾਰ ਆ ਪ੍ਰੋਵਿੰਸ਼ੀਅਲ। ਉਹਨਾਂ ਨੇ ਕੁਝ ਦੇਰ ਪਹਿਲਾਂ ਜਿਹੜਾ ਫਿਊਲ ਟੈਕਸ ਸੀ ਉਹ ਅੱਧਾ ਕਰਤਾ। ਅੱਛਾ। ਉਹਨੂੰ ਆਫੀਸ਼ੀਅਲੀ ਕਹਿੰਦੇ ਨੇ ਮੋਟਿਵ ਫਿਊਲ ਰੇਟ। ਅੱਛਾ, ਉਹ ਐਜ਼ ਅ ਟੈਂਪਰੇਰੀ ਮੈਜਰ ਕੀਤਾ ਸੀ। ਜਿੰਨਾ ਟੈਕਸ ਸੀਗਾ ਉਹ ਅੱਧਾ ਕਰਤਾ ਤਾਂ ਕਿ ਲੋਕਾਂ ਦੇ ਉੱਤੇ ਵਿਚਾਰ ਹੋਵੇ। ਉਦੋਂ ਤਾਂ ਫੈਡਰਲ ਗਵਰਨਮੈਂਟ ਨੇ ਰੋਕਿਆ ਨਹੀਂ। ਸੋ ਇਹਨਾਂ ਨੂੰ ਜਦੋਂ ਹੁਣ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਫੈਡਰਲ ਗਵਰਨਮੈਂਟ ਰੋਕ ਰਹੀ ਹੈ ਤੇ ਮਿਨਿਸਟਰ ਨੇ ਕਿਹਾ ਕਿ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੋਈ ਥ੍ਰੈਟ ਵੀ ਹੈ। ਉਹਨਾਂ ਨੇ ਕਿਹਾ ਇਹਦੇ ਬਾਰੇ ਤੁਸੀਂ ਫੈਡਰਲ ਗਵਰਨਮੈਂਟ ਨੂੰ ਪੁੱਛੋ। ਅੱਛਾ। ਪਰ ਰਿਟੈਲੀਏਟ ਤੇ ਥ੍ਰੈਟ ਕਰਨ ਦੇ ਚਾਂਸਸ ਨੇ। ਹੈਲਥ ਸੋਸ਼ਲ ਵੈਲਫੇਅਰ ਦੇ ਜਿਹੜੇ ਟ੍ਰਾਂਸਫਰ ਹੁੰਦੇ ਨੇ, ਜੇ ਉਹ ਰੁਕ ਗਏ ਫਿਰ ਪ੍ਰੋਵਿੰਸ ਦੀ ਇਕਨੋਮੀ ਤੇ ਬਹੁਤ ਫਰਕ ਪੈਂਦਾ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਇਹ ਨਿਊਜ਼ ਦੇ ਵਿੱਚ ਸਾਹਮਣੇ ਆਈ ਹੈ। ਅੱਛਾ, ਇਹ ਬਹੁਤ ਵਾਰੀ ਚਰਚਾ ਚੱਲਦੀ ਹੈ ਕਿ ਬਈ ਆਹ ਸਟੇਟ ਇੰਨਾ ਟੈਕਸ ਲਾਉਂਦੀ ਹੈ, ਫਲਾਣੀ ਸਟੇਟ ਦੇ ਵਿੱਚ ਟੈਕਸ ਘੱਟ ਆ, ਸ਼ਾਇਦ BC 'ਚ ਟੈਕਸ ਸਭ ਤੋਂ ਜ਼ਿਆਦਾ, ਤਾਂ ਇੱਥੇ ਤੇਲ ਸਾਰਿਆਂ ਤੋਂ ਜ਼ਿਆਦਾ ਮਹਿੰਗਾ ਹੈ, ਸ਼ਾਇਦ ਅਲਬਰਟਾ ਦੇ ਵਿੱਚ ਜਿਹੜਾ ਟੈਕਸ ਗੌਰਮੈਂਟ ਨੇ ਘੱਟ ਰੱਖਿਆ ਹੋਇਆ ਪ੍ਰੋਵਿੰਸ਼ੀਅਲ ਨੇ। ਇਹ ਫੈਡਰਲ ਗੌਰਮੈਂਟ ਕਿਸ ਢੰਗ ਤਰੀਕੇ ਨਾਲ ਟੈਕਸ ਲਾਉਂਦੀ ਹੈ ਤੇ ਫਿਰ ਨਾਲ ਅੱਗੇ ਹੋਰ ਕਿਹੜੇ ਟੈਕਸ ਨੇ ਜਿਹੜੀਆਂ ਗੌਰਮੈਂਟਸ ਲਾਉਂਦੀਆਂ ਨੇ, ਮਤਲਬ ਜਿੱਥੋਂ ਕੀਮਤਾਂ ਘਟਾਈਆਂ ਜਾ ਸਕਦੀਆਂ ਜਾਂ ਜਿੱਥੇ ਅਸਰ ਪੈ ਸਕਦਾ? ਦੇਖੋ, ਇਹਦੇ 'ਚ ਕਈ ਤਰ੍ਹਾਂ ਦੇ ਟੈਕਸਸ ਨੇ। ਇੱਕ ਵਾਰੀ ਜਦੋਂ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧਦੀਆਂ ਘਟਦੀਆਂ ਸੀ ਤਾਂ ਮੈਂ ਉਸ ਟਾਈਮ ਦੇ ਉੱਤੇ ਆਇਲ ਇੰਡਸਟਰੀ ਦੇ, ਗੈਸੋਲੀਨ ਇੰਡਸਟਰੀ ਦੇ ਐਗਜ਼ੈਕਟਿਵਸ ਨੂੰ ਬੁਲਾ ਕੇ ਇਹ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ ਕਿ ਤੇਲ ਦੀਆਂ ਕੀਮਤਾਂ ਰਾਤੋਂ ਰਾਤ ਅੱਧੇ ਘੰਟੇ ਦੇ ਵਿੱਚ ਜਾਂ ਦਿਨੇ ਕਿਵੇਂ ਘਟ ਜਾਂਦੀਆਂ ਨੇ, ਵੱਧ ਜਾਂਦੀਆਂ ਨੇ। ਹਾਲਾਂਕਿ ਉਹਨਾਂ ਦੇ ਕੋਲ ਸਪਲਾਈਜ਼ ਤਾਂ ਉਹੀ ਰਹਿੰਦੀਆਂ ਨੇ। ਤਾਂ ਉਦੋਂ ਮੈਂ ਫਾਈਂਡ ਆਊਟ ਕੀਤਾ, ਉਹਨਾਂ ਨੇ ਮੈਨੂੰ ਐਕਸਪਲੇਨ ਕਰਕੇ ਦਿਖਾਇਆ ਕਿ ਪਹਿਲਾਂ ਰॉ ਮਟੀਰੀਅਲ ਦੀ, ਰॉ ਗੈਸੋਲੀਨ ਦੀ ਕਾਸਟ ਆ, ਫਿਰ ਰਿਫਾਈਨਿੰਗ ਕਾਸਟ ਐਡ ਹੁੰਦੀ ਆ, ਟਰਾਂਸਪੋਰਟੇਸ਼ਨ ਕਾਸਟ ਐਡ ਹੁੰਦੀ ਆ, ਡਿਸਟ੍ਰੀਬਿਊਸ਼ਨ ਮਾਰਜਨ ਐਡ ਹੁੰਦਾ, ਫਿਰ ਉਹ 'ਤੇ ਡਿਫਰੈਂਟ ਤਰ੍ਹਾਂ ਦੇ ਟੈਕਸ ਲੱਗਦੇ ਨੇ, ਫਿਰ ਟੈਕਸ ਦੇ ਉੱਤੇ ਟੈਕਸ ਲੱਗਦੇ ਨੇ। ਅੱਛਾ, ਹੁਣ ਕਿਹੜੇ ਟੈਕਸ ਲੱਗਦੇ ਨੇ? ਪਹਿਲਾਂ ਤਾਂ ਫੈਡਰਲ ਟੈਕਸਸ ਨੇ, ਉਹ ਦੋ ਤਰ੍ਹਾਂ ਦੇ ਨੇ। ਇੱਕ ਤਾਂ ਐਕਸਾਈਜ਼ ਟੈਕਸ ਹੈ ਜਿਹੜਾ ਪਰ ਲੀਟਰ ਦੇ ਬੇਸਿਸ ਤੇ ਲੱਗਦਾ। ਉਹ ਥਰੂਆਊਟ ਕੈਨੇਡਾ ਸੇਮ ਹੀ ਹੈ ਕਿ ਉਹ ਵੀ ਪ੍ਰੋਵਿੰਸ਼ੀਅਲ ਫਰਕ ਹੁੰਦਾ? ਨਹੀਂ, ਉਹ ਸਾਰੇ ਕੈਨੇਡਾ ਦੇ ਵਿੱਚ ਇਹ ਦੋਨੋਂ ਟੈਕਸ ਜਿਹੜੇ ਦੱਸਣ ਲੱਗਿਆ ਫੈਡਰਲ, ਇਹ ਸਾਰੇ ਪ੍ਰੋਵਿੰਸਿਸ 'ਚ ਨੇ। ਓਕੇ। ਇਹਦੇ ਵਿੱਚ ਜਿਹੜਾ ਐਕਸਾਈਜ਼ ਟੈਕਸ ਹੈ ਉਹ ਗੈਸੋਲੀਨ ਤੇ ਲੱਗਦਾ 10 ਸੈਂਟ ਪਰ ਲੀਟਰ ਤੇ ਡੀਜ਼ਲ ਤੇ ਲੱਗਦਾ 4 ਸੈਂਟ ਪਰ ਲੀਟਰ। ਓਕੇ। ਫਿਰ ਲੱਗਦਾ GST, ਇਹ ਵੀ ਸਾਰੇ ਕੰਟਰੀ 'ਚ ਹੈ। ਇਹ 5% ਹੈ, ਚਾਹੇ ਉਹ ਗੈਸੋਲੀਨ ਹੈ, ਚਾਹੇ ਪ੍ਰੋਪੇਨ ਹੈ, ਚਾਹੇ ਡੀਜ਼ਲ ਹੈ। ਫਿਰ ਇਸ ਤੋਂ ਬਿਨਾਂ ਆ ਜਾਂਦੇ ਨੇ ਪ੍ਰੋਵਿੰਸ਼ੀਅਲ ਟੈਕਸਿਸ, ਜਿਹਨੂੰ ਤੁਸੀਂ PST ਜਾਂ HST ਵੀ ਕਹਿ ਸਕਦੇ। ਉਹਦੇ ਵਿੱਚ ਡਿਫਰੈਂਟ ਪ੍ਰੋਵਿੰਸਿਸ ਦੇ ਵਿੱਚ ਡਿਫਰੈਂਟ ਹੈ। ਓਨਟਾਰੀਓ ਦੇ ਵਿੱਚ 13% ਹੈ ਤੇ ਕੁਬੈਕ ਦੇ ਵਿੱਚ 9.98% ਹੈ ਤੇ ਇਸ ਤਰ੍ਹਾਂ। ਅਟਲਾਂਟਿਕ ਪ੍ਰੋਵਿੰਸਿਸ ਦੇ ਵਿੱਚ 15% ਹੈ। ਅੱਛਾ, ਇਹ ਕਿਹੜਾ ਟੈਕਸ ਆ ਜਾਂਦਾ? ਪ੍ਰੋਵਿੰਸ਼ੀਅਲ ਸੇਲਸ, ਇਹਨੂੰ HST ਜਾਂ PST ਵੀ ਕਹਿ ਸਕਦੇ ਹਾਂ। ਕਈ ਪ੍ਰੋਵਿੰਸਿਸ 'ਚ PST ਹੈ, ਕਿਤੇ GST ਤੇ PST ਸੈਪਰੇਟ ਨੇ। ਕਈਆਂ ਦੇ ਵਿੱਚ ਕੰਬਾਈਨਡ ਨੇ, ਉਹਨੂੰ HST ਕਹਿੰਦੇ, ਹਾਰਮੋਨਾਈਜ਼ਡ ਸੇਲ ਟੈਕਸ। ਤੇ ਉਹ ਜਿਸ ਤਰ੍ਹਾਂ ਨੋਵਾ ਸਕੋਸ਼ੀਆ, ਨਿਊਫਾਊਂਡਲੈਂਡ ਲੈਬਰਾਡੋਰ, ਨਿਊ ਬ੍ਰਾਂਜ਼ਵਿਕ, ਪ੍ਰਿੰਸ ਐਡਵਰਡ ਆਈਲੈਂਡ, ਉੱਥੇ ਸਾਰੇ 'ਚ 15% ਹੈ। ਓਕੇ। ਇਸ ਤੋਂ ਬਿਨਾਂ ਫਿਰ ਪ੍ਰੋਵਿੰਸ਼ੀਅਲ ਫਿਊਲ ਟੈਕਸ ਲੱਗਦੇ ਨੇ। ਓਕੇ। ਇਹ ਨੇ ਜਿਹੜੇ ਪ੍ਰੋਵਿੰਸ਼ੀਅਲ ਫਿਊਲ ਟੈਕਸ, ਇਹ ਸੈਂਟਸ ਪਰ ਲੀਟਰ ਨੇ। ਇਹ ਵੀ ਬੜੀ ਵੇਰੀਏਸ਼ਨ ਹੈ। ਅਲਬਰਟਾ 'ਚ 0, ਕੋਈ ਨਹੀਂ। ਸਾਰੇ ਤੋਂ ਵੱਧ ਬ੍ਰਿਟਿਸ਼ ਕੋਲੰਬੀਆ 'ਚ। ਕਿੰਨਾ? ਬ੍ਰਿਟਿਸ਼ ਕੋਲੰਬੀਆ ਦੇ ਵਿੱਚ 3 ਹਿੱਸਿਆਂ 'ਚ ਲੱਗਦਾ ਕਿ ਜਿਹੜਾ ਤਾਂ ਏਰੀਆ ਵੈਨਕੂਵਰ ਦਾ ਏਰੀਆ, ਉੱਥੇ ਗੈਸੋਲੀਨ ਤੇ 27 ਸੈਂਟ 1 ਲੀਟਰ ਪਿੱਛੇ, ਤੇ ਡੀਜ਼ਲ ਦੇ ਉੱਪਰ 27.5 ਸੈਂਟ 1 ਲੀਟਰ ਦੇ ਉੱਤੇ। ਓਕੇ। ਫਿਰ ਵਿਕਟੋਰੀਆ ਦਾ ਏਰੀਆ, ਉਹਦੇ ਤੇ ਲੱਗਦਾ 20 ਸੈਂਟ ਗੈਸ ਤੇ, 20.5 ਸੈਂਟ ਬਾਕੀ ਡੀਜ਼ਲ ਦੇ ਉੱਤੇ। ਓਕੇ। ਫਿਰ ਰੈਸਟ ਆਫ ਦਾ ਪ੍ਰੋਵਿੰਸ, ਇਹ ਜਿਹੜਾ ਵੈਨਕੂਵਰ ਵਾਲਾ ਏਰੀਆ, ਉਹਦੇ ਵਿੱਚ ਸਾਡਾ ਸਰੀ ਵਗੈਰਾ, ਮਤਲਬ ਗ੍ਰੇਟਰ ਵੈਨਕੂਵਰ ਜਿਹੜਾ ਸਾਰਾ ਉਹਦੇ ਵਿੱਚ। ਠੀਕ ਹੈ। ਜਿਹੜਾ ਰੈਸਟ ਆਫ ਪ੍ਰੋਵਿੰਸ ਆ, ਉੱਥੇ 14.5 ਸੈਂਟ ਹੈ ਗੈਸੋਲੀਨ ਤੇ 15 ਸੈਂਟ ਹੈ ਡੀਜ਼ਲ ਦੇ ਉੱਤੇ। ਹੁਣ ਤੁਸੀਂ ਦੇਖਿਆ ਹੋਣਾ ਕਿ ਤੁਸੀਂ ਇੱਥੋਂ ਐਬਟਸਫੋਰਡ ਨੂੰ ਜਾਂਦੇ ਹੋ, ਐਬਟਸਫੋਰਡ ਗੈਸ ਸਸਤੀ ਹੁੰਦੀ ਹੈ। ਇਹੀ ਪੁੱਛਣਾ ਸੀ ਵੀ ਉਹ ਫਿਰ ਇਸ ਪਾਸੇ ਹੁੰਦੇ ਕਿ ਰੈਸਟ ਆਫ ਦਾ ਪ੍ਰੋਵਿੰਸ 'ਚ ਆਉਂਦੇ? ਰੈਸਟ ਆਫ ਦਾ ਪ੍ਰੋਵਿੰਸ 'ਚ ਆਉਂਦੇ ਲੱਗਦੇ ਆ ਉਹ। ਫਿਰ ਮੈਨੂੰ ਲੱਗਦਾ ਉੱਥੋਂ ਕੋਈ ਹੱਦ। ਹਾਂ, ਇਹਨੂੰ ਤੁਸੀਂ ਗ੍ਰੇਟਰ ਵੈਨਕੂਵਰ ਏਰੀਆ ਭਾਵੇਂ ਨਾ ਕਹੋ, ਇਹ ਕਹਿ ਲਓ ਕਿ ਵੈਨਕੂਵਰ ਏਰੀਆ। ਹਾਂਜੀ, ਵੈਨਕੂਵਰ ਤੇ ਜਿਹੜੇ ਕਲੋਜ਼ ਸਬਰਬਸ ਨੇ, ਲੋਅਰ ਮੇਨਲੈਂਡ। ਹਾਂਜੀ। ਤੇ ਫਿਰ ਇਸ ਤੋਂ ਬਿਨਾਂ ਬਾਕੀ ਪ੍ਰੋਵਿੰਸਿਸ 'ਚ ਵੇਰੀ ਕਰਦਾ। ਜਿਹੜਾ ਪ੍ਰੋਵਿੰਸ਼ੀਅਲ ਫਿਊਲ ਟੈਕਸ ਹੈ ਟੈਰੀਟਰੀਜ਼ ਦੇ ਵਿੱਚ ਹੋਰ ਸਸਤਾ ਵਾ ਸਾਰਿਆਂ ਨਾਲੋਂ, 6.5 ਸੈਂਟ ਪੈਂਦਾ। ਤੇ ਇਸ ਤੋਂ ਬਿਨਾਂ ਇੱਕ ਹੋਰ ਟੈਕਸ ਹੈ, ਉਹਨੂੰ ਕਹਿੰਦੇ ਨੇ ਫੈਡਰਲ ਐਂਡ ਪ੍ਰੋਵਿੰਸ਼ੀਅਲ ਕਾਰਬਨ ਲੈਵੀਜ਼। ਓਕੇ। ਇਹ ਤਕਰੀਬਨ 11 ਸੈਂਟ ਪੈਂਦਾ ਮੋਸਟ ਆਫ ਦਾ ਪ੍ਰੋਵਿੰਸਿਸ ਦੇ ਵਿੱਚ। 11 ਸੈਂਟ ਤੇ 0.5 ਪੈਂਦਾ
ਗੈਸ ਦੇ ਉੱਤੇ 13.41 ਪੈਂਦਾ ਡੀਜ਼ਲ ਦੇ ਉੱਤੇ। ਓਕੇ। ਅੱਛਾ, ਜਦੋਂ ਤੁਸੀਂ ਰਫਲੀ ਐਸਟੀਮੇਟ ਕਰਦੇ ਹੋ ਟੋਟਲ, ਤਾਂ ਗੈਸ ਦੀ ਪ੍ਰਾਈਸ ਦੇ ਉੱਤੇ ਤਕਰੀਬਨ 50, 55, 60 ਸੈਂਟ ਜਿਹੜੇ ਟੈਕਸਸ ਨੇ ਡਿਪੈਂਡਿੰਗ ਔਨ ਵੇਅਰ ਯੂ ਆਰ, ਤੇ ਉਹ ਇਕੱਲਾ ਟੈਕਸ ਦੇ ਵਿੱਚ ਹੀ ਜਾਂਦਾ। ਹੁਣ ਜਿਹੜੇ ਟੈਕਸ ਲੱਗਦੇ ਨੇ, ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਟੋਟਲ ਕੈਲਕੂਲੇਸ਼ਨ ਇਨਕਲੂਡਿੰਗ ਐਕਸਾਈਜ਼ ਇਨਕਲੂਡਿੰਗ ਪ੍ਰੋਵਿੰਸ਼ੀਅਲ ਫਿਊਲ ਟੈਕਸ ਵਗੈਰਾ ਪਾ ਪੂ ਕੇ ਫਿਰ ਉੱਤੇ ਸਾਰਿਆਂ ਦੇ GST ਲਾ ਲੈਂਦੇ ਆ। ਅੱਛਾ। ਸੋ ਟੈਕਸ ਦੇ ਉੱਤੇ ਵੀ ਟੈਕਸ ਲੱਗ ਜਾਂਦਾ। ਅੱਛਾ, ਉਹ ਸਾਰਾ ਕੁਝ ਕਰਕੇ ਹੁਣ ਟੌਪ ਆਫ ਇਟ GST ਲੱਗਦੀ ਹੈ। GST ਲੱਗਦੀ ਹੈ। ਹੁਣ ਜਿਹੜੀ GST ਲੱਗਦੀ ਹੈ ਇਹ ਇਲੀਗਲ ਹੈ ਕਿ ਗਵਰਨਮੈਂਟ ਟੈਕਸ ਦੇ ਉੱਤੇ ਟੈਕਸ ਲਵੇ। ਮੈਂ ਪਾਰਲੀਮੈਂਟ 'ਚ ਇੱਕ ਮੋਸ਼ਨ ਰੱਖਿਆ ਸੀ ਕਿ ਇਹ ਜਿਹੜਾ ਇਲੀਗਲ ਟੈਕਸ ਹੈ, ਇਹ ਗਵਰਨਮੈਂਟ ਦੇ ਕੋਲੇ ਅਥਾਰਟੀ ਨਹੀਂ ਹੈ ਕਿ ਟੈਕਸ ਦੇ ਉੱਤੇ ਟੈਕਸ ਚਾਰਜ ਕਰੇ, ਤੇ ਪਰ ਕੋਈ ਸੁਣਦਾ ਨਹੀਂ, ਇਸ ਕਰਕੇ ਇਹ ਕਿਸੇ ਪਾਸੇ ਗੱਲ ਲੱਗੀ ਨਹੀਂ। ਈਵਨ ਪ੍ਰਾਈਮ ਮਿਨਿਸਟਰ ਨੇ ਵੀ ਮੈਂਸ਼ਨ ਕੀਤਾ ਕਿ ਜਿਹੜਾ ਮੇਰਾ ਮੋਸ਼ਨ ਹੈ ਇਹ ਇਟ ਮੇਕ ਸੈਂਸ, ਕਿਉਂਕਿ ਜਿਹੜਾ ਟੈਕਸ ਆ ਨਾ ਇਹ ਗੁੱਡਸ ਆ ਨਾ ਇਹ ਸਰਵਿਸਿਜ਼ ਆ, ਤਾਂ ਇਹ ਤੇ GST ਗੁੱਡਸ ਐਂਡ ਸਰਵਿਸਿਜ਼ ਟੈਕਸ ਕਿਉਂ ਲੱਗੇ? ਦੇਖ ਲਓ, ਇੱਕ ਵਾਰੀ ਬੰਦਾ ਜਦੋਂ ਕੰਮ ਕਰਦਾ, ਕਿਤੇ ਤਨਖਾਹ ਲੈਂਦਾ, ਉੱਥੇ ਟੈਕਸ ਘਟਾਉਂਦਾ, ਹਾਂਜੀ, ਫਿਰ ਕੱਲੀ ਚੀਜ਼ ਖਰੀਦਣੀ ਉੱਥੇ ਟੈਕਸ ਘਟਾਉਂਦਾ, ਤੇ ਟੈਕਸ ਦੇ ਉੱਤੇ ਵੀ ਜਿਸ ਤਰੀਕੇ ਨਾਲ ਟੈਕਸ ਦੇਣਾ ਪਏ, ਮਤਲਬ ਬੰਦੇ ਦਾ ਬਹੁਤਾ ਹਿੱਸਾ ਤੇ ਸਾਰਾ ਟੈਕਸਾਂ 'ਚ ਹੀ ਲੰਘੀ ਜਾਂਦਾ ਨਾ। ਇੱਕ ਵੱਡੀ ਟੈਨਸ਼ਨ ਬਣ ਗਈ ਅੱਜ ਦੇ ਸਮੇਂ, ਸਿਰਦਰਦੀ ਵਾਲੇ ਕੰਮ ਹੋ ਗਏ। ਦੇਖੋ, ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ ਕਿ ਲੋਕਾਂ ਨੂੰ ਬਹੁਤ ਚੁੱਭਦਾ ਟੈਕਸ ਜਦੋਂ ਮਹਿੰਗਾਈ ਵੱਧਦੀ ਹੈ, ਤੇ ਪਰ ਦੂਸਰੇ ਪਾਸੇ ਜਿਹੜੇ ਟੈਕਸ ਦੇ ਉੱਤੇ ਟੈਕਸ ਲਾ ਕੇ ਗਵਰਨਮੈਂਟ ਇਲੀਗਲੀ ਲੋਕਾਂ ਤੋਂ ਪੈਸੇ ਲਈ ਜਾ ਰਹੀ ਹੈ, ਉਹਨੂੰ ਰੋਕਣ ਦੇ ਲਈ ਕੋਈ ਐਫਰਟਸ ਨਹੀਂ ਹੋ ਰਹੇ। ਬਿਲਕੁਲ ਠੀਕ। ਹੁਣ ਅਸੀਂ ਗੱਲ ਕਰਨੀ ਆ US ਦੇ ਵਿੱਚ ਚੋਣਾਂ ਦੀ, ਕਿਉਂਕਿ ਥੋੜੇ ਕਰਕੇ ਨਤੀਜਿਆਂ ਦੇ ਕੋਲੇ ਪਹੁੰਚੀ ਜਾ ਰਹੇ ਆ। ਮੁਕਾਬਲਾ ਦਿਲਚਸਪ ਬਣਿਆ ਹੋਇਆ ਮੁੱਖ ਤੌਰ ਦੇ ਉੱਤੇ ਸੈਨੇਟ ਦਾ, ਨਾਲ ਹਾਊਸ ਦੀਆਂ ਇਲੈਕਸ਼ਨਸ ਦਾ ਉਧਰ ਕੀ ਨਤੀਜੇ ਉਹ ਵੀ ਜਾਣਾਂਗੇ। ਇਹ ਗੱਲ ਸਾਹਿਬ ਜਿਹੜੀ ਹੈ ਨੈਕ ਟੂ ਨੈਕ ਚੱਲਦਾ ਪਿਆ ਹੁਣ ਸੈਨੇਟ ਦਾ, ਇਹ ਕੀ ਲੱਗਦਾ ਵੀ ਕੁਝ ਬਣੂ ਕਿ ਜੇ ਫਿਰ ਇੱਥੇ ਬਰਾਬਰ ਰਹਿ ਜਾਂਦਾ ਫਿਰ ਕੀ ਬਣਦਾ ਜੀ? ਫਿਰ ਕਿਵੇਂ ਚੱਲਦਾ ਕੰਮ? ਬਿਲਕੁਲ, ਦੇਖੋ ਆਪਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਲੈਕਸ਼ਨ ਦਾ ਰਿਜ਼ਲਟ ਡਿਸਕਸ ਕੀਤਾ ਤਾਂ ਤਕਰੀਬਨ ਨੈਕ ਟੂ ਨੈਕ ਇਲੈਕਸ਼ਨ ਸਾਹਮਣੇ ਆ ਰਿਹਾ ਰਿਜ਼ਲਟ। ਹੁਣ ਜਿਹੜਾ ਲੇਟੈਸਟ ਸਿਚੁਏਸ਼ਨ ਹੈ, ਡੈਮੋਕ੍ਰੈਟਸ ਦੀ 48 ਸੀਟਾਂ ਨੇ ਸੈਨੇਟ ਦੀਆਂ, ਤੇ ਰਿਪਬਲਿਕਨਸ ਦੀਆਂ 49 ਨੇ, ਕਿਉਂਕਿ ਅਲਾਸਕਾ ਵਿਨ ਕਰਕੇ ਉਹਨਾਂ ਦੇ ਵਿੱਚ ਐਡ ਹੋ ਗਿਆ। 3 ਸਟੇਟਾਂ ਦਾ ਰਿਜ਼ਲਟ ਹਜੇ ਆਉਣਾ ਬਾਕੀ ਹੈ, ਐਰੀਜ਼ੋਨਾ, ਨੇਵਾਡਾ ਤੇ ਜਾਰਜੀਆ ਦਾ। ਜਾਰਜੀਆ ਦੇ ਵਿੱਚ ਲੱਗ ਰਿਹਾ ਕਿ ਡੈਮੋਕ੍ਰੈਟਸ ਜਿੱਤ ਜਾਣਗੇ, ਪਰ ਉੱਥੇ ਰਨ ਆਫ ਆਉਣਾ, ਕਿਉਂਕਿ ਉੱਥੋਂ ਦਾ ਜਿਹੜਾ ਸਟੇਟ ਦਾ ਕਨਸਟੀਟਿਊਸ਼ਨ ਹੈ ਇਲੈਕਸ਼ਨ ਪ੍ਰਤੀ, ਉਹ ਇਹ ਕਹਿੰਦਾ ਹੈ ਕਿ 50% ਵੋਟਾਂ ਲੈਣੀਆਂ ਲਾਜ਼ਮੀ ਨੇ, 50% ਪਲੱਸ, ਤੇ ਉਹ ਕਿਸੇ ਕੈਂਡੀਡੇਟ ਦੀ ਨਹੀਂ ਆ ਰਹੀਆਂ, ਕਿਉਂਕਿ ਇੱਕ ਤੀਸਰਾ ਕੈਂਡੀਡੇਟ ਖੜਾ ਸੀ, 2.5% 2% ਵੋਟਾਂ ਉਹ ਵੀ ਲੈ ਗਿਆ, ਤੇ ਇਸ ਕਰਕੇ ਉੱਥੇ ਦੁਬਾਰਾ ਚੋਣ ਹੋਏਗੀ ਜਿਹੜੀ ਕਿ 6 ਦਸੰਬਰ ਨੂੰ ਹੋਏਗੀ। ਇਨ ਦਾ ਮੀਨ ਟਾਈਮ ਜਿਹੜੀਆਂ ਬਾਕੀ ਦੀਆਂ 2 ਸਟੇਟਸ ਹੈਗੀਆਂ ਨੇ ਸਟੇਟਸ, ਉਹਨਾਂ ਦੇ ਵਿੱਚੋਂ ਇੱਕ ਡੈਮੋਕ੍ਰੈਟਸ ਤੇ ਇੱਕ ਰਿਪਬਲਿਕਨ ਲਿਆਉਣ ਦੇ ਚਾਂਸਸ ਨੇ, ਕਿਉਂਕਿ ਜਿੰਨੀ ਕੁ ਗਿਣਤੀ ਕੀਤੀ ਜਾ ਚੁੱਕੀ ਹੈ ਉਹ ਇਸ ਦਿਸ਼ਾ ਵੱਲ ਨੂੰ ਜਾ ਰਹੀ ਹੈ। ਮਤਲਬ 6 ਤਰੀਕ ਤੱਕ ਨਹੀਂ ਗੱਲ ਕਿਸੇ ਬੰਨੇ ਲੱਗਦੀ? 6 ਤਰੀਕ ਤੱਕ ਜਾਰਜੀਆ ਨਹੀਂ ਡਿਸਾਈਡ ਹੋਣਾ, ਬਾਕੀ ਸ਼ਾਇਦ ਹੋ ਜਾਣ। ਤੇ ਜੇ ਇਹ ਦੋਵੇਂ ਡੈਮੋਕ੍ਰੈਟਸ ਲੈ ਗਏ ਫਿਰ ਉਹ 51 ਵੀ ਹੋ ਸਕਦੇ? ਹਾਂਜੀ, 51 ਵੀ ਹੋ ਸਕਦੇ ਨੇ, ਪਰ ਐਦਾਂ ਲੱਗ ਰਿਹਾ ਕਿ ਇੱਕ ਸਟੇਟ ਦੋਵਾਂ ਦੇ ਵਿੱਚੋਂ ਰਿਪਬਲਿਕਨ ਦੇ ਇੱਕ ਡੈਮੋਕ੍ਰੈਟ ਲੈ ਕੇ ਜਾਣਗੇ, ਤੇ ਜਿਹੜੀ ਜਾਰਜੀਆ ਦੀ ਉਹ ਡੈਮੋਕ੍ਰੈਟ ਲੈ ਕੇ ਜਾਣਗੇ। ਸੋ ਇਹਦੇ ਨਾਲ ਜਿਹੜਾ ਬੈਲੈਂਸ ਹੈ ਸੈਨੇਟ ਦੇ ਵਿੱਚ ਉਹ 50-50 ਹੋ ਜਾਊਗਾ। 100 ਸੈਨੇਟਰ ਨੇ, 50 ਉੱਧਰ 50 ਉੱਧਰ। ਫਿਰ ਕਿੱਦਾਂ ਚੱਲੂ ਕੰਮ? ਫਿਰ ਉਹਦੇ ਨਾਲ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਉਹਨਾਂ ਦੇ ਕੋਲੇ ਪਾਵਰ ਹੈ ਟਾਈ ਕਰਨ, ਬ੍ਰੇਕ ਕਰਨ ਦੀ, ਸੋ ਫਿਰ ਉਹ ਆਪਦੀ ਵੋਟ ਪਾ ਕੇ ਟਾਈ ਬ੍ਰੇਕ ਕਰਿਆ ਕਰਨਗੇ ਗਵਰਨਮੈਂਟ ਦੇ ਨਾਲ। ਸੋ ਇਸ ਕਰਕੇ ਜੇ 50-50 ਹੋ ਜਾਂਦੀ ਹੈ ਫਿਰ ਤਾਂ ਖਿੱਚ ਧੂ ਕੇ ਕੰਮ ਚੱਲ ਜੂਗਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ। ਤੇ ਜੇ 49-51 ਹੋ ਗਈ ਤੇ ਫਿਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਬੜੀ ਪ੍ਰੋਬਲਮ ਆ ਜਾਏਗੀ, ਕਿਉਂਕਿ ਹਾਊਸ ਆਫ ਰੈਪਰੈਜ਼ੈਂਟੇਟਿਵ ਦੇ ਵਿੱਚ ਇਸ ਵੇਲੇ ਜਿਹੜਾ ਟ੍ਰੈਂਡ ਤੋਂ ਬਾਅਦ ਸਿਚੁਏਸ਼ਨ ਪਹੁੰਚੀ ਹੈ, ਤਕਰੀਬਨ ਰਿਪਬਲਿਕਨਸ ਦੀ ਮੈਜੋਰਿਟੀ ਆਲਰੇਡੀ ਹੋ ਚੁੱਕੀ ਹੈ। ਮੈਜੋਰਿਟੀ ਲੈਣ ਦੇ ਲਈ 435 ਹਾਊਸ ਆਫ ਰੈਪਰੈਜ਼ੈਂਟੇਟਿਵ ਦੀਆਂ ਸੀਟਾਂ ਦੇ ਵਿੱਚੋਂ 218 ਜਿਹੜੀ ਵੀ ਪਾਰਟੀ ਲੈ ਜਾਂਦੀ ਹੈ ਉਹਨਾਂ ਦੀ ਮੈਜੋਰਿਟੀ ਹੈ। ਸੋ ਇਸ ਵੇਲੇ 221 ਰਿਪਬਲਿਕਨ ਆਲਰੇਡੀ ਲਿਜਾ ਚੁੱਕੇ ਨੇ। ਇਹਦਾ ਮਤਲਬ ਇਹ ਹੋ ਗਿਆ ਕਿ ਰਿਪਬਲਿਕਨਸ ਦੀ ਮੈਜੋਰਿਟੀ ਹਾਊਸ ਆਫ ਰੈਪਰੈਜ਼ੈਂਟੇਟਿਵ ਦੇ ਵਿੱਚ ਜਿਸ ਤਰ੍ਹਾਂ ਐਂਟੀਸਪੇਟਡ ਸੀ ਉਨੀ ਹੈ, ਪਰ ਜਿਹੜਾ ਮਾਰਜਨ ਆ ਪਹਿਲਾਂ ਜ਼ਿਆਦਾ ਐਕਸਪੈਕਟ ਕੀਤਾ ਜਾਂਦਾ ਸੀ ਲੋਕਾਂ ਵੱਲੋਂ ਤੇ ਪੋਲੀਟੀਕਲ ਐਨਾਲਿਸਟਸ ਵੱਲੋਂ, ਤੇ ਹੁਣ ਉਹ ਘਟ ਗਿਆ। ਤੇ ਡੈਮੋਕ੍ਰੈਟਸ ਇਸ ਵੇਲੇ ਤਕਰੀਬਨ 214 ਸੀਟਾਂ ਲਈ ਬੈਠੇ ਨੇ ਤੇ 221 ਰਿਪਬਲਿਕਨ ਦੀਆਂ ਨੇ, ਤੇ ਹਜੇ ਕੁਝ ਸੀਟਾਂ ਦਾ ਰਿਜ਼ਲਟ ਬਾਕੀ ਵੀ ਹੈ। ਜੇ ਉਹਨਾਂ ਦੇ ਵਿੱਚੋਂ ਵੀ ਵੱਧ ਘੱਟ ਲੈ ਜਾਂਦੇ ਨੇ ਤਾਂ ਸਿਚੁਏਸ਼ਨ ਬਦਲ ਵੀ ਸਕਦੀ ਹੈ। ਸੋ 214-221 ਦੀ ਉਮੀਦ ਕੀਤੀ ਜਾਂਦੀ ਹੈ ਕਿ ਰੈਪਰੈਜ਼ੈਂਟੇਟਿਵ ਦਾ ਇਹ ਰਿਜ਼ਲਟ ਆਏਗਾ। ਸੋ ਇਹ ਤੱਕ ਹੈਗੀ ਉੱਥੋਂ ਦੀ ਸਿਚੁਏਸ਼ਨ। ਬਾਕੀ ਗਵਰਨਰ ਨੇ ਜਿਹੜੇ ਇਸ ਵੇਲੇ 22 ਡੈਮੋਕ੍ਰੈਟਸ ਨੇ ਤੇ 24 ਰਿਪਬਲਿਕਨ ਦੇ ਨੇ, ਤੇ ਅਮਰੀਕਾ ਬੁਰੀ ਤਰ੍ਹਾਂ ਪੋਲੀਟੀਕਲੀ ਪੋਲਰਾਈਜ਼ਡ ਹੈ।
ਅੱਧਾ ਉੱਧਰ ਤੇ ਉਹਦੇ ਨਾਲ ਜਿਹੜੇ ਡਿਨਾਇਰਸ ਨੇ ਇਲੈਕਸ਼ਨ ਨੂੰ ਡਿਨਾਈ ਕਰਨ ਵਾਲੇ ਰਿਜ਼ਲਟ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਲਾਸੂਟ ਵੀ ਵੱਧਦੇ ਜਾ ਰਹੇ ਨੇ। ਇਹ ਜਿਹੜੀ ਜਦੋਂ ਕੰਟਰੀ ਇਸ ਤਰੀਕੇ ਨਾਲ ਅੱਧਾ ਹੁੰਦਾ ਆ, ਇਹ ਲੋਕ ਹਿੱਤ ਵਿੱਚ ਵੀ ਗੱਲ ਮੰਨੀ ਜਾਂਦੀ ਹੈ, ਕਿਉਂਕਿ ਅਕਸਰ ਜਦੋਂ ਵੀ ਕਿਤੇ ਦੇਖਿਆ ਕਿ ਬਹੁਤ ਜ਼ਿਆਦਾ ਮੈਜੋਰਿਟੀ ਦੇ ਨਾਲ ਕੋਈ ਵੀ ਗਵਰਨਮੈਂਟ ਪਾਵਰ ਦੇ ਵਿੱਚ ਆਉਂਦੀ ਹੈ, ਫਿਰ ਉਹ ਉਹਨਾਂ ਸੀਰੀਅਸ ਨਹੀਂ ਲੋਕਾਂ ਨੂੰ ਲੈਂਦੇ, ਉਹਨਾਂ ਨੂੰ ਉਹ ਫਿਰ ਦੇਖਦੇ ਵੀ ਅਸੀਂ ਇੰਨਾ ਕੁ ਲੂਜ਼ ਕਰ ਵੀ ਲਈਏ ਤੇ ਤਾਂ ਵੀ ਅਸੀਂ ਮੈਜੋਰਿਟੀ ਦੇ ਵਿੱਚ ਆ। ਜਦੋਂ ਨੈਕ ਟੂ ਨੈਕ ਚੱਲਦਾ ਫਿਰ ਜ਼ਿਆਦਾ ਅਕਾਊਂਟੇਬਲ ਨਹੀਂ ਹੁੰਦੀਆਂ ਗਵਰਨਮੈਂਟਸ ਲੋਕਾਂ ਨੂੰ, ਕਿ ਉਹਦਾ ਲੋਕਾਂ ਨੂੰ ਬੈਨੀਫਿਟ ਜਾਂਦਾ ਹੋਏਗਾ ਕਿ ਜਾਂ ਫਿਰ ਜਦੋਂ ਇਦਾਂ ਪੋਲਰਾਈਜ਼ਡ ਹੁੰਦਾ ਉਹਦਾ ਨੁਕਸਾਨ ਹੁੰਦਾ ਹੋਏਗਾ। ਨਾ ਇੱਕ ਗੱਲ ਜ਼ਰੂਰ ਆ ਵੀ ਮੰਨਦੇ ਨਹੀਂ ਰਿਜ਼ਲਟ, ਕਿਉਂਕਿ ਉਹਨਾਂ ਕੋਲ ਵੀ ਪਾਵਰ ਬਹੁਤ ਆ, ਲੋਕਾਂ ਦੀ ਆਵਾਮ ਦੀ ਪਾਵਰ ਹੈਗੀ ਆ ਨਾਲ, ਵੀ ਅੱਧ ਉੱਧਰ ਵੀ ਬੈਠਾ ਹੈ 49 51 ਵਾਲੀ ਸਿਚੁਏਸ਼ਨ, ਪਰ ਉਹ ਕਿਤੇ ਨਾ ਕਿਤੇ ਲੋਕ ਹਿੱਤ ਵਿੱਚ ਵੀ ਜਾਂਦੀ ਗੱਲ। ਦੇਖੋ ਤੁਹਾਡਾ ਇਹ ਪੁਆਇੰਟ ਕਾਲੂ ਸਾਹਿਬ ਬਹੁਤ ਵਧੀਆ ਹੈ। ਡੈਫੀਨੇਟਲੀ ਅਕਾਊਂਟੇਬਿਲਿਟੀ ਜ਼ਿਆਦਾ ਹੁੰਦੀ ਹੈ, ਕਿਉਂਕਿ ਬਿਲਕੁਲ ਤੁਹਾਨੂੰ ਟਿਪਸ ਦੇ ਉੱਤੇ ਰਹਿਣਾ ਪੈਂਦਾ, ਮਤਲਬ ਪੱਬਾਂ ਭਾਰੀ ਚੱਲਦਾ ਕੰਮ। ਪਰ ਦੂਸਰੇ ਪਾਸੇ ਜਿਹੜਾ ਤੁਹਾਡਾ ਏਜੰਡਾ, ਤੁਸੀਂ ਸਾਰੇ ਏਜੰਡੇ ਦੀਆਂ ਆਈਟਮਾਂ ਪਾਸ ਨਹੀਂ ਕਰਾ ਸਕਦੇ, ਕਿਉਂਕਿ ਜੇ ਤੁਹਾਡੀ ਆਪਣੀ ਪਾਰਟੀ ਦੇ ਕੁਝ ਮੈਂਬਰ ਤੁਹਾਡੇ ਨਾਲ ਵੋਟ ਨਾ ਪਾਉਣ ਫਿਰ ਤੁਸੀਂ ਉਹ ਤੁਹਾਡਾ ਕੰਮ ਜਿਹੜਾ ਸਿਰੇ ਨਹੀਂ ਚੜ੍ਹਨਾ। ਤੇ ਦੂਸਰੇ ਪਾਸੇ ਕਿ ਜਿਹੜੇ ਮੋਸਟ ਕੰਟੈਂਸ਼ੀਅਸ ਇਸ਼ੂਜ਼ ਨੇ, ਗਵਰਨਮੈਂਟ ਉਹਨਾਂ ਤੇ ਫਿਰ ਗੌਰ ਨਹੀਂ ਕਰਦੀ, ਕਿਉਂਕਿ ਉਹਦੇ ਨਾਲ ਹੋਰ ਜ਼ਿਆਦਾ ਡਿਵੀਜ਼ਨ ਹੁੰਦੀ ਹੈ, ਸੋ ਉਹ ਇਸ ਕਰਕੇ ਉਹ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਰਹਿੰਦਾ। ਬਿਲਕੁਲ ਠੀਕ। ਅੱਛਾ, ਬਾਈਡਨ ਸਾਹਿਬ ਦਾ ਰਿਸੈਸ਼ਨ ਨੂੰ ਲੈ ਕੇ ਬਿਆਨ ਆਇਆ, ਉਹ ਕਹਿੰਦੇ ਵੀ ਇਕਨੋਮਿਕ ਰਿਸੈਸ਼ਨ US 'ਚ ਤਾਂ ਨਹੀਂ ਆਉਂਦਾ। ਖੈਰ ਵਧੀਆ ਗੱਲ ਆ, ਕਿਉਂਕਿ ਜੇ ਗਵਾਂਢ 'ਚ ਨਹੀਂ ਆਊਗਾ ਤੇ ਸਾਨੂੰ ਕੈਨੇਡਾ ਨੂੰ ਤੇ ਉਹਦਾ ਫਾਇਦਾ ਹੀ ਫਾਇਦਾ ਹੈ, ਕਿਉਂਕਿ US ਜਦੋਂ ਉਦੋਂ 2008 ਦੇ ਵਿੱਚ ਸ਼ੁਰੂਆਤ ਇੱਥੋਂ ਹੀ ਹੋਈ ਸੀ ਤੇ ਫਿਰ ਦੁਨੀਆ ਨੇ ਮੰਦੀ ਦਾ ਸਾਹਮਣਾ ਕੀਤਾ ਸੀ। ਉਹਦਾ ਕਿਸ ਢੰਗ ਤਰੀਕੇ ਨਾਲ ਬਾਕੀਆਂ ਨੂੰ ਫਾਇਦਾ ਨੁਕਸਾਨ ਆ? ਖੈਰ ਇਹ ਖਬਰ ਕੀ ਦਰਸਾਉਂਦੀ ਆ? ਦੇਖੋ, ਅਮਰੀਕਨ ਪ੍ਰੈਜ਼ੀਡੈਂਟ ਨੇ ਇਲੈਕਸ਼ਨ ਤੋਂ ਬਾਅਦ ਇਹ ਗੱਲ ਕਹੀ ਹੈ। ਜੇ ਪਹਿਲਾਂ ਕਹਿੰਦੇ ਸ਼ਾਇਦ ਆਪਾਂ ਸੋਚਦੇ ਕਿ ਪੋਲੀਟੀਕਲੀ ਮੋਟੀਵੇਟਡ ਹੈ, ਤੇ ਇਲੈਕਸ਼ਨ ਤੋਂ ਬਾਅਦ ਕਹਿਣ ਤੋਂ ਭਾਵ ਇਹ ਲੱਗ ਰਿਹਾ ਕਿ ਉਹ ਫੈਕਟਸ ਨੂੰ ਦਰਸਾ ਰਹੇ ਨੇ। ਹਾਲਾਂਕਿ ਜਿਹੜੀ ਸਟਾਕ ਮਾਰਕੀਟ ਹੈ ਫਿਰ ਥੋੜੀ ਵਧੀ ਹੈ ਤੇ ਕ੍ਰਿਪਟੋ ਕਰੰਸੀਜ਼ ਘਟ ਰਹੀਆਂ ਨੇ, ਬਿਟਕੋਇਨ ਹੈ ਜਿਹੜਾ ਲੋਐਸਟ ਲੈਵਲ ਤੇ ਪਹੁੰਚਿਆ, ਪਰ ਜਿਹੜੇ ਫੈਡਰਲ ਰਿਜ਼ਰਵ ਬੈਂਕ ਨੇ, ਫੈਡਰਲ ਬੈਂਕ ਆ, ਉਹਨਾਂ ਨੇ ਇੰਟਰਸਟ ਰੇਟ ਤਾਂ ਵਧਾਇਆ, ਅਗਰੈਸਿਵਲੀ ਵਧਾਇਆ, ਤੇ ਸ਼ਾਇਦ ਇੱਕ ਵਾਰੀ ਹੋਰ ਇਮੀਡੀਏਟਲੀ ਫਿਰ ਵੀ ਵਧਾਉਣ ਜਦੋਂ ਅਗਲਾ ਡਿਊ ਹੈ। ਤੇ ਪਰ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਇੰਟਰਸਟ ਰੇਟ ਵਧਾ ਰਹੇ ਨੇ, ਤੇ ਕਈ ਲੋਕ ਇਕੋਨੋਮਿਸਟ ਇਹ ਵੀ ਗੈਸ ਕਰਦੇ ਰਹੇ ਨੇ, ਈਵਨ ਵੈਲ ਨੋਨ ਇਕੋਨੋਮਿਸਟ ਵੀ, ਇਨਕਲੂਡਿੰਗ IMF, ਕਿ ਦੁਨੀਆ, ਵਰਲਡ ਬੈਂਕ ਵੀ, ਕਿ ਦੁਨੀਆ ਰਿਸੈਸ਼ਨ ਦੇ ਨੇੜੇ ਕੰਢੇ ਤੇ ਪਹੁੰਚੀ ਬੈਠੀ ਹੈ। ਪਰ ਇਸ ਦੀ ਚੀਜ਼ ਦੇ ਨਾਲ ਕਈ ਵਾਰੀ ਜਿਹੜਾ ਰਿਸੈਸ਼ਨ ਹੈ ਇਹ ਫੀਅਰ ਤੇ ਵੀ ਹੋ ਜਾਂਦਾ। ਲੋਕ ਡਰਦੇ ਨੇ, ਡਰਨ ਦੇ ਨਾਲ ਡੋਮੀਨੋ ਇਫੈਕਟ ਹੈ ਕਿ ਡਰਦੇ ਇਨਵੈਸਟਮੈਂਟ ਨਹੀਂ ਕਰਦੇ, ਇੰਪਲਾਈਜ਼ ਨੂੰ ਫਾਇਰ ਕਰੀ ਜਾਂਦੇ, ਜਿੱਦਾਂ ਮੈਟਾ ਨੇ, ਫੇਸਬੁੱਕ ਨੇ ਤੇ ਟਵਿੱਟਰ ਵਾਲਿਆਂ ਨੇ ਫਾਇਰ ਕੀਤੇ ਨੇ, ਇਵੇਂ ਜਿਵੇਂ ਹੋਰ ਇੰਡਸਟਰੀਆਂ ਵਾਲੇ ਫਾਇਰ ਕਰਨ ਲੱਗੇ ਤਾਂ ਰਿਸੈਸ਼ਨ ਆਪਣੇ ਆਪ ਆ ਸਕਦਾ। ਤੇ ਇਸ ਕਰਕੇ ਜਿਹੜਾ ਰਿਪਲ ਇਫੈਕਟ ਹੈ ਜਾਂ ਡੋਮੀਨੋ ਇਫੈਕਟ ਕਹਿੰਦੇ ਨੇ, ਇੱਕ ਚੀਜ਼ ਨੂੰ ਸਿੱਟਿਆ ਨਾਲ ਦੂਜੀ ਡੇਪੀ, ਦੂਜੀ ਨਾਲ ਤੀਜੀ ਡੇਪੀ, ਇਹ ਜਿਹੜਾ ਇਫੈਕਟ ਹੈ ਇਹਦੇ ਨਾਲ ਰਿਸੈਸ਼ਨ ਡੈਫੀਨਿਟਲੀ ਆ ਸਕਦਾ। ਇਹਨੂੰ ਰੋਕਣ ਦੇ ਲਈ ਗਵਰਨਮੈਂਟ ਦਾ ਕੌਨਫੀਡੈਂਸ ਤੇ ਗਵਰਨਮੈਂਟ ਦੀ ਵਿਜ਼ਨ ਇੰਪੋਰਟੈਂਟ ਹੈ। ਇਸ ਕਰਕੇ USA ਦੇ ਪ੍ਰੈਜ਼ੀਡੈਂਟ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਰਿਸੈਸ਼ਨ ਅਮਰੀਕਾ ਦੇ ਵਿੱਚ ਅਜੇ ਨਹੀਂ ਆ ਰਿਹਾ। ਠੀਕ ਹੈ, ਇਹਦਾ ਮਤਲਬ ਇਹ ਹੈ ਕਿ ਜਿਹੜਾ ਡਰ ਦੀ ਵਜ੍ਹਾ ਕਰਕੇ ਆਉਣਾ ਸੀ ਉਹਨੂੰ ਤਾਂ ਰੋਕਿਆ ਜਾ ਸਕੇ। ਫੈਕਟਸ ਨੂੰ ਤਾਂ ਗਵਰਨਮੈਂਟਾਂ ਨਹੀਂ ਰੋਕ ਸਕੀਆਂ, ਪਰ ਜਿਹੜੇ ਡਰ ਹੈ ਜਾਂ ਲੋਕਾਂ ਦੀ ਹੈਜ਼ਿਟੇਸ਼ਨ ਹੈ ਇਨਵੈਸਟਮੈਂਟ ਦੇ ਲਈ, ਉਹਨਾਂ ਨੂੰ ਤਾਂ ਰੋਕਿਆ ਜਾ ਸਕੇ। ਨਹੀਂ, ਬਿਲਕੁਲ, ਇਹ ਚੀਜ਼ ਮਤਲਬ ਪ੍ਰੂਫ ਹੋ ਚੁੱਕੀ ਹੈ ਨਾ ਕਿ ਬੰਦੇ ਨੂੰ ਮੌਤ ਦੀ ਸਜ਼ਾ ਦੇ ਦਿਓ ਤੇ ਉਹਦੇ ਡਰ ਨਾਲ ਸ਼ਾਇਦ ਉਹ ਪਹਿਲਾਂ ਮਰ ਜੇ, ਸਜ਼ਾ ਦੇ ਨਾਲ ਬਾਅਦ ਵਿੱਚ ਮਰੇ। ਬਿਲਕੁਲ, ਇਹ ਸਟੱਡੀ ਨੇ ਪ੍ਰੂਵ ਕੀਤਾ ਆਲਰੇਡੀ ਵੀ ਡਰ ਸਾਨੂੰ ਜਲਦੀ ਮਾਰ ਦਿੰਦਾ ਹੈ। ਅੱਛਾ, ਅਗਲੀ ਗੱਲ ਜਿਹੜੀ ਆਪਾਂ ਹੁਣ ਕਰਨੀ ਆ ਖਬਰ, ਉਹ G20 ਸਮਿਟ ਜਿਹੜਾ ਇੰਡੋਨੇਸ਼ੀਆ ਦੇ ਵਿੱਚ ਹੋ ਰਿਹਾ। ਖੈਰ ਅਜੇ ਉਹਦੇ ਵਿੱਚ ਦਿਨ ਤੇ ਮੇਰਾ ਖਿਆਲ ਹਫ਼ਤਾ ਖੰਡ ਹੈਗਾ ਵਿੱਚ ਅਜੇ, ਪਰ ਉਹ ਜਿਹੜਾ ਹੋ ਰਿਹਾ ਉੱਥੇ, ਉਹਦੇ ਵਿੱਚੋਂ ਕਈ ਦਿਲਚਸਪ ਗੱਲਾਂ ਪਹਿਲਾਂ ਨਿਕਲ ਕੇ ਆ ਰਹੀਆਂ ਨੇ ਵੀ ਰਸ਼ੀਆ ਦੇ ਪ੍ਰੈਜ਼ੀਡੈਂਟ ਸਾਹਿਬ ਨਹੀਂ ਉੱਥੇ ਜਾ ਰਹੇ। ਸਭ ਤੋਂ ਮੇਨ ਗੱਲ ਤੇ ਇਹ ਹੁਣ ਚੱਲਦੀ ਪਈ ਹੈ ਜੀ। ਦੇਖੋ, G20 ਦਾ ਜਿਹੜਾ ਗਰੁੱਪ ਹੈ ਉਹਦੇ ਵਿੱਚ ਜਿਹੜੇ ਕੰਟਰੀ ਹੈਗੇ ਨੇ ਉਹਨਾਂ ਨੇ ਤਾਂ ਜਾਣਾ ਹੀ ਜਾਣਾ, ਤੇ ਜਿਹੜੇ ਉਹਨਾਂ ਦੇ ਨਾਲ ਕੋਈ ਹੋਰ ਸੰਬੰਧਿਤ ਕੰਟਰੀ ਨੇ ਉਹਨਾਂ ਨੂੰ ਵੀ ਇਨਵੀਟੇਸ਼ਨ ਦਿੱਤੇ ਜਾਂਦੇ ਨੇ, ਤੇ ਉਹ ਕੰਟਰੀਆਂ ਦੇ ਲੀਡਰ ਵੀ ਉੱਥੇ ਪਹੁੰਚਦੇ ਨੇ। ਇਨਫੈਕਟ ਲੀਡਰ ਰਵਾਨਾ ਹੋਣੇ ਸ਼ੁਰੂ ਹੋ ਚੁੱਕੇ ਪਹਿਲਾਂ ਹੀ, ਤਾਂ ਕਿ ਉਹ ਬਾਕੀ ਬਾਈਲੈਟਰਲ ਮੀਟਿੰਗਾਂ ਕਰ ਸਕਣ, ਮਲਟੀਲੈਟਰਲ ਮੀਟਿੰਗ ਕਰ ਸਕਣ, ਤੇ ਆਪਣੇ ਕੰਟਰੀਆਂ ਦੇ ਮੁੱਦੇ ਦੂਜੇ ਕੰਟਰੀਆਂ ਦੇ ਮੁੱਦਿਆਂ ਨਾਲ ਸ਼ੇਅਰ ਕਰ ਸਕਣ, ਟ੍ਰੇਡ ਵਗੈਰਾ ਦੇ ਜਾਂ ਡਿਫੈਂਸ ਦੇ, ਸਿਕਿਉਰਿਟੀ ਦੇ ਵਗੈਰਾ ਵਗੈਰਾ। ਸੋ ਇਸ ਸਥਿਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ G20 ਦੇ ਇੰਡੋਨੇਸ਼ੀਆ ਦੇ ਪ੍ਰਾਈਮ ਮਿਨਿਸਟਰ ਵੱਲੋਂ ਜਾਂ ਪ੍ਰੈਜ਼ੀਡੈਂਟ ਵੱਲੋਂ ਸੱਦਾ ਦਿੱਤਾ ਗਿਆ ਵਲਾਡੀਮੀਰ ਪੁਟਿਨ ਨੂੰ ਵੀ ਤੇ ਵਲਾਡੀਮੀਰ ਜ਼ੈਲੈਂਸਕੀ ਨੂੰ ਵੀ। ਕਿ ਪ੍ਰੈਜ਼ੀਡੈਂਟ ਜ਼ੈਲੈਂਸਕੀ ਯੂਕਰੇਨ ਦੇ, ਉਹ ਕਹਿੰਦੇ ਜੇ ਪ੍ਰੈਜ਼ੀਡੈਂਟ ਪੁਟਿਨ ਆਉਣਗੇ ਤਾਂ ਮੈਂ ਨਹੀਂ ਜਾਣਾ। ਅੱਛਾ, ਪ੍ਰੈਜ਼ੀਡੈਂਟ ਪੁਟਿਨ ਕਹਿੰਦੇ ਮੈਂ ਜਾਣਾ ਹੀ ਨਹੀਂ, ਤੇ ਜ਼ੈਲੈਂਸਕੀ ਨੇ ਕਹਿਤਾ ਕਿ ਜੇ ਮੈਂ ਪੁਟਿਨ ਨੂੰ ਮਿਲਣ ਦੀ ਮੇਰੀ ਕੋਈ ਇੱਛਾ ਨਹੀਂ, ਉਹਨੂੰ ਮਿਲਣਾ ਵੀ ਨਹੀਂ ਚਾਹੁੰਦਾ ਆਈ ਟੂ ਆਈ। ਸੋ ਇਦਾਂ ਦੀ ਦੋਨਾਂ ਦੀ ਕੰਟਰੋਵਰਸੀ ਕਰਕੇ
ਸਥਿਤੀ ਥੋੜੀ ਜੀ ਨਿਊਜ਼ਵਰਦੀ ਬਣੀ ਹੋਈ ਹੈ। ਜ਼ੈਲੈਂਸਕੀ ਸ਼ਾਇਦ ਜਾਣਗੇ ਓਕੇ ਤੇ ਪੁਟਿਨ ਨਹੀਂ ਜਾਣਗੇ, Okay. ਪਰ ਪੁਟਿਨ ਨੇ ਇਹ ਕਿਹਾ ਕਿ ਉਹ ਇੰਟਰਨੈਟ ਦੇ ਥਰੂ ਆਨਲਾਈਨ ਸ਼ਾਇਦ ਵਰਚੁਅਲੀ ਆਪਣੇ ਆਪ ਨੂੰ ਉੱਥੇ ਹਾਜ਼ਰ ਕਰਨ ਓਕੇ ਤੇ ਜਿਹੜੀਆਂ ਮੀਟਿੰਗਾਂ ਕਰਨਗੇ ਵਰਚੁਅਲੀ ਕਰਨਗੇ, ਜੋ ਵੀ ਜ਼ੂਮ ਵਗੈਰਾ ਜੋ ਵੀ ਉਹਨਾਂ ਦਾ ਮੈਕੈਨਿਜ਼ਮ ਹੈ। ਤੇ ਉਹਨਾਂ ਨੇ ਰਸ਼ੀਆ ਨੇ ਆਪਣਾ ਫੋਰਨ ਮਿਨਿਸਟਰ ਨੂੰ ਉੱਥੇ ਭੇਜਣਾ ਓਕੇ ਤੇ ਉਹ ਉੱਥੇ ਜਾ ਕੇ ਪ੍ਰੈਜ਼ੀਡੈਂਟ ਨੂੰ ਰੈਪਰੈਜ਼ੈਂਟ ਕਰਨਗੇ। ਸੋ ਜੋ ਵੀ ਮੁੱਦੇ ਉੱਥੇ ਡਿਸਕਸ ਹੋਣੇ ਨੇ, ਇਨਕਲੂਡਿੰਗ ਜਿਹੜੇ ਇਸ ਵੇਲੇ ਗਰਮ ਹੌਟ ਇਸ਼ੂਜ਼ ਨੇ, ਰਸ਼ੀਆ ਯੂਕਰੇਨ ਦੀ ਲੜਾਈ ਹੈ, ਇਨਫਲੇਸ਼ਨ ਹੈ, ਹੋ ਸਕਦਾ ਕੋਵਿਡ ਦੇ ਬਾਰੇ ਵੀ, ਜੀ ਤੇ ਜਾਂ ਵਰਲਡ ਵਾਈਡ ਸਿਕਿਉਰਿਟੀ ਦੇ ਜਾਂ ਇਮੀਗ੍ਰੇਸ਼ਨ ਦੇ ਜੋ ਵੀ ਮੁੱਦੇ ਡਿਸਕਸ ਹੋਣੇ ਨੇ, ਜੀ। ਕਲਾਈਮੇਟ ਦੇ, এনवायरमेंट ਦੇ, ਉਹਨਾਂ ਦੇ ਬਾਰੇ ਜਿਹੜੀ ਡਿਸਕਸ਼ਨਸ ਹੋਣੀ ਆ। ਭਾਵੇਂ ਇਦਾਂ ਦੀਆਂ ਮੀਟਿੰਗਾਂ ਨੇ ਜਿਹੜੀਆਂ ਜ਼ਿਆਦਾ ਟਾਕ ਜ਼ਿਆਦਾ ਕਰਦੇ ਨੇ, ਐਕਸ਼ਨ ਘੱਟ ਲੈਂਦੇ ਨੇ, ਪਰ ਜਿਹੜੀ ਪੋਲਿਟਿਕਸ ਹੈ ਇਹਨਾਂ G20 ਦੀ, ਉਹ ਵੀ ਵੇਖਣ ਨੂੰ ਸਾਹਮਣੇ ਆ ਰਹੀ ਹੈ। ਬਿਲਕੁਲ ਠੀਕ। ਗਿੱਲ ਸਾਹਿਬ, ਤੁਹਾਡਾ ਧੰਨਵਾਦ ਜੀ। ਇਸ ਪ੍ਰੋਗਰਾਮ 'ਚ ਅੱਜ ਸਮੇਂ ਦੀ ਸਮਾਪਤੀ ਹੈ। ਥੈਂਕ ਯੂ ਸੋ ਮਚ। ਥੈਂਕ ਯੂ। ਬਹੁਤ ਸ਼ੁਕਰੀਆ। ਸੋ ਅੱਜ ਦੇ ਇਸ ਪ੍ਰੋਗਰਾਮ 'ਚ ਸਾਡੇ ਵੱਲੋਂ ਇੰਨਾ ਹੈ ਜੀ। ਤੁਸੀਂ ਦੇਖਦੇ ਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।